ਤੂੰ ਤਰਵਰ ਹਉ ਪੰਖੀ ਆਹੇ। ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਤੂੰ ਸਤ ਗੁਰ ਹੋ ਨਉ ਤਨ ਚੇਲਾ। ਕਹਿ ਕਬੀਰ ਮਿਲ ਅੰਤ ਕੀ ਬੇਲਾ। ਰਾਖ ਲਿਹੋ ਹਮ ਤੇ ਬਿਗਰੀ। ਸੀਲ ਧਰਮ ਜਪ ਭਗਤ ਨਾ ਕੀਨੀ। ਹਉ ਅਭਿਮਾਨ ਟੇਢ ਪਗਰੀ। ਅਮਰ ਜਾਨ ਸੰਚੀ ਇਹ ਕਾਇਆ। ਇਹ ਮਿਥਿਆ ਕਾਚੀ ਗਗਰੀ। ਜਿਨ੍ਹਾਂ ਨਿਵਾਜ ਸਾਜ ਹਮ ਕੀਏ। ਤਿਸੈ ਬਿਸਾਰ ਅਵਰ ਲਗਰੀ। ਸੰਧਕ ਤੋਹੇ ਸਾਧ ਨਹੀਂ ਕਹੀਓ। ਸਰਨ ਪਰੇ ਤੁਮਰੀ ਪਗਰੀ। ਕਹਿ ਕਬੀਰ ਇਹ ਬਿਨਤੀ ਸੁਨਿਓ। ਮਤ ਘਾਲੋ ਜਮ ਕੀ ਖਬਰੀ। ਕਹਿ ਕਬੀਰ ਇਹ ਬਿਨਤੀ ਸੁਨਿਓ। ਮਤ ਘਾਲੋ ਜਮ ਕੀ ਖਬਰੀ। ਸੁਪਨ ਚਰਿਤ੍ਰ ਚਿੱਤਰ। ਬਾਨਕ ਬਨੇ ਬਚਿੱਤਰ। ਪਾਵਨ ਪਵਿੱਤਰ ਮਿੱਤਰ। ਆਜ ਮੋਰ ਆਏ ਹੈ। ਪਰਮ ਦਇਆਲ ਲਾਲ। ਲੋਚਨ ਵਿਸਾਲ। ਮੁਖ ਬਚਨ ਰਸਾਲ। ਮਧ ਮਧੁਰ ਪਿਆਏ ਹੈ। ਸੋਬਤ ਸਿਜਾਸਨ ਬਿਲਾਸਨ ਦਯੰਕ ਮਾਲ। ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ। ਚਾਤ੍ਰਿਕ ਸ਼ਬਦ ਸੁਨ ਅੱਖੀਆਂ ਉਗਰ ਗਈ। ਭਈ ਜਲ ਮੀਨ ਗਤ ਬਿਰਹਾ ਜਗਾਏ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖ ਬਿਖ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਧਾਰਾ ਸਿਉ ਪ੍ਰੀਤ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ। ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਈ। ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਜ ਪਾਏ। ਦਰਸ਼ਨ ਪਰਸੈ ਗੁਰੂ ਕਾ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਮਦੀ। ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੇ। ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਦੇਹ ਤੇਜਾ ਨੜੀ। ਹਰ ਨਵ ਰੰਗੀਆ ਰਾਮ। ਗੁਰ ਗਿਆਨ ਗੁਰੂ ਹਰ ਮੰਗਿਆ ਰਾਮ। ਦੇਹ ਤੇਜਾ ਨੜੀ। ਹਰ ਨਵ ਰੰਗਿਆ ਰਾਮ। ਗੁਰ ਗਿਆਨ ਗੁਰੂ ਹਰ ਮੰਗਿਆ ਰਾਮ।
ਜਾਨ ਮੰਗੀ, ਹਰ ਕਥਾ ਚੰਗੀ। ਹਰ ਨਾਮ ਗਤ ਮਿਤ ਜਾਣੀਆ, ਸਭ ਜਨਮ ਸਫਲਿਓ ਕੀਆ ਕਰਤੈ। ਹਰ ਰਾਮ ਨਾਮ ਵਖਾਣੀਆ, ਹਰ ਰਾਮ ਨਾਮ ਸਲਾਹੇ। ਹਰ ਪ੍ਰਭ ਹਰ ਭਗਤ, ਹਰ ਜਨ ਮੰਗੀਆ। ਜਨ ਕਹੈ ਨਾਨਕ ਸੁਣਹੁ ਸੰਤੋ, ਹਰ ਭਗਤ ਗੋਬਿੰਦ ਚੰਗੀਆ। ਦੇਹ ਕੰਚਨ ਜੀਨ ਸੁਵਿਨਾ ਰਾਮ, ਜੜ ਹਰ ਹਰ ਨਾਮ ਰਤਨਾ ਰਾਮ। ਜੜ ਨਾਮ ਰਤਨ ਗੋਬਿੰਦ ਪਾਇਆ, ਹਰ ਮਿਲੇ ਹਰ ਗੁਣ ਸੁਖ ਘਾਣੇ। ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ, ਵਡ ਭਾਗੀ ਹਰ ਰੰਗ ਹਰ ਬਣੇ। ਹਰ ਮਿਲੇ ਸੁਆਮੀ ਅੰਤਰ ਜਾਮੀ, ਹਰ ਨਵ ਤਨ ਹਰ ਨਵ ਰੰਗੀਆ। ਨਾਨਕ ਵਖਾਣੈ ਨਾਮ ਜਾਣੈ, ਹਰ ਨਾਮ ਹਰ ਪ੍ਰਭ ਮੰਗੀਆ। ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ, ਮਨ ਮੈਗਲ ਗੁਰ ਸ਼ਬਦ ਵਸ ਆਇਆ ਰਾਮ। ਮਨ ਵਸਗਤ ਆਇਆ ਪਰਮ ਪਦ ਪਾਇਆ, ਸਾਤਨ ਕੰਤ ਪਿਆਰੀ। ਅੰਤਰ ਪ੍ਰੇਮ ਲੱਗਾ ਹਰ ਸੇਤੀ, ਕਰ ਸੋਹੈ ਹਰ ਪ੍ਰਭ ਨਾਰੀ। ਹਰ ਰੰਗ ਰਾਤੀ ਸਹਜੇ ਮਾਤੀ, ਹਰ ਪ੍ਰਭ ਹਰ ਹਰ ਪਾਇਆ। ਨਾਨਕ ਜਨ ਹਰ ਦਾਸ ਕਹਿਤ ਹੈ, ਵਡ ਭਾਗੀ ਹਰ ਹਰ ਧਿਆਇਆ। ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ, ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ। ਹਰ ਗਾਏ ਮੰਗਲ ਰਾਮ ਨਾਮਾ, ਹਰ ਸੇਵ ਸੇਵ ਸੇਵਕੀ। ਪ੍ਰਭ ਜਾਏ ਪਾਵੈ ਰੰਗ ਮਹਿਲੀ, ਹਰ ਰੰਗ ਮਾਣੈ ਰੰਗ ਕੀ। ਗੁਣ ਰਾਮ ਗਾਏ ਮਨ ਸੋ ਭਾਏ, ਹਰ ਗੁਰਮਤੀ ਮਨ ਧਿਆਇਆ। ਜਨ ਨਾਨਕ ਹਰ ਕਿਰਪਾ ਧਾਰੀ, ਦੇਹ ਘੋੜੀ ਚੜ ਹਰ ਪਾਇਆ। ਗੁਣ ਰਾਮ ਗਾਏ ਮਨ ਸੋ ਭਾਏ, ਹਰ ਗੁਰਮਤੀ ਮਨ ਧਿਆਇਆ। ਜਨ ਨਾਨਕ ਹਰ ਕਿਰਪਾ ਧਾਰੀ, ਦੇਹ ਘੋੜੀ ਚਾੜ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸ਼੍ਰੋਮਣੀ ਭਗਤ ਕਬੀਰ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੇ ਹੋ।
ਅੱਜ ਦੇ ਦਿਨ ਵਾਰਾਣਸੀ ਬਨਾਰਸ ਦੀ ਧਰਤੀ ਤੇ ਮਹਾਰਾਜ ਕਬੀਰ ਜੀ ਦਾ ਜਨਮ ਹੋਇਆ। ਭਾਈ ਨੀਰੂ ਨਾਮ ਦੇ ਜੁਲਾਹੇ ਨੇ ਭਗਤ ਕਬੀਰ ਜੀ ਦੀ ਪਰਵਰਿਸ਼ ਕੀਤੀ। ਔਰ ਜੁਲਾਹੇ ਪਰਿਵਾਰ ਵਿੱਚ ਪਰਵਰਿਸ਼ ਹੋਣੇ ਕਰਕੇ ਭਗਤ ਜੀ ਜਿਹੜੀ ਆਪਣੀ ਪਿਤਾ ਪੁਰਖੀ ਕਿਰਤ ਹੈ ਉਹ ਕਰਦੇ ਹਨ। ਖੱਡੀ ਤੇ ਬਹਿ ਕੇ ਕੱਪੜਾ ਬੁਣਦੇ ਨੇ। ਸਮਾਂ ਬੀਤਿਆ ਤੇ ਕਬੀਰ ਜੀ ਮਹਾਰਾਜ ਜੀ ਦੀ ਸ਼ਾਦੀ ਮਾਈ ਲੋਈ ਨਾਲ ਹੋਈ। ਗ੍ਰਹਿ ਵਿਖੇ ਪੁੱਤਰ ਧੀਆਂ ਨੇ ਜਨਮ ਲਿਆ। ਗ੍ਰਸਤ ਮਾਰਗ ਵਿੱਚ ਰਹਿ ਕੇ ਪਰਮੇਸ਼ਰ ਦੀ ਭਗਤੀ ਕੀਤੀ। ਗ੍ਰਸਤ ਮਾਰਗ ਵਿੱਚ ਰਹਿ ਕੇ ਨਿਰੰਕਾਰ ਦੀ ਭਗਤੀ ਕਰਨੀ ਬੜੀ ਕਰੜੀ ਕਾਲਣਾ ਹੈ। ਇੱਕ ਸੰਨਿਆਸੀ ਜੋ ਗ੍ਰਸਤ ਦਾ ਤਿਆਗ ਕਰਕੇ ਸੰਨਿਆਸੀ ਹੋ ਜਾਂਦਾ ਹੈ, ਉਹ ਅਨੇਕ ਪ੍ਰਕਾਰ ਦੀਆਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੁੰਦਾ ਹੈ। ਫਿਰ ਵੀ ਉਹ ਪਰਮੇਸ਼ਰ ਦੀ ਭਗਤੀ 'ਚ ਓਨਾ ਤਤਪਰ ਨਹੀਂ ਹੋ ਸਕਦਾ ਜਿਤਨੀ ਭਗਤੀ ਮਹਾਰਾਜ ਭਗਤ ਕਬੀਰ ਜੀ ਨੇ ਗ੍ਰਸਤ ਆਸ਼ਰਮ 'ਚ ਰਹਿ ਕੇ ਕੀਤੀ ਹੈ। ਕਿ ਨਿਰੰਕਾਰ ਦੀ ਭਗਤੀ ਕਰਦਿਆਂ ਕਰਦਿਆਂ ਨਿਰੰਕਾਰ ਦੇ ਸਰੂਪ ਵਿੱਚ ਮਿਲ ਕੇ ਇੱਕਮਿਕ ਹੋ ਗਏ। ਕਬੀਰ ਜੀ ਦੀ ਭਗਤੀ ਦਾ ਪ੍ਰਤਾਪ ਵੇਖ ਕੇ ਭਗਤ ਸੈਣ ਜੀ ਵਰਗਿਆਂ ਨੇ ਵੀ ਆ ਕੇ ਗੁਰੂ ਭਗਤੀ ਧਾਰਨ ਕੀਤੀ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਭਾਈ ਗੁਰਦਾਸ ਜੀ ਨੇ ਬਚਨ ਲਿਖੇ। ਭਗਤੀ ਦੇ ਰੰਗ ਵਿੱਚ ਰੰਗੇ ਗਏ। ਭਗਤ ਕਬੀਰ ਜੀ ਨੇ ਬੈਰਾਗੀ ਮਤ ਦੇ ਮਹਾਨ ਮਾਰਤੰਡ ਮਹਾਪੁਰਸ਼ ਭਗਤ ਰਾਮਾਨੰਦ ਜੀ ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ। ਗੁਰ ਦੀਕਸ਼ਾ ਭਗਤ ਰਾਮਾਨੰਦ ਜੀ ਮਹਾਰਾਜ ਜੀ ਪਾਸੋਂ ਲਈ। ਨਿਰੰਕਾਰ ਦੀ ਭਗਤੀ ਵਿੱਚ ਅਕਾਲ ਪੁਰਖ ਦੀ ਬੰਦਗੀ ਦੇ ਰੰਗ ਵਿੱਚ ਇਹੋ ਜਿਹੇ ਰੰਗੇ ਗਏ ਕਿ ਬਹੁਤ ਸਾਰੇ ਬ੍ਰਾਹਮਣ ਉਹ ਮਹਾਰਾਜ ਭਗਤ ਕਬੀਰ ਜੀ ਦੀ ਆਲੋਚਨਾ ਕਰਨ ਲੱਗੇ ਕਿ ਇਹ ਜੁਲਾਹਿਆਂ ਦੇ ਘਰਾਂ ਵਿੱਚ, ਸ਼ੂਦਰਾਂ ਦੇ ਘਰਾਂ ਵਿੱਚ ਜਨਮਿਆ, ਭਗਤੀ ਕਰਦਾ ਸਾਡੇ ਬਰਾਬਰ ਬਹਿ ਕੇ। ਉਹ ਬ੍ਰਾਹਮਣ ਆ ਕੇ ਕਬੀਰ ਜੀ ਮਹਾਰਾਜ ਜੀ ਨਾਲ ਬਹਿਸ ਕਰਦੇ ਨੇ, ਚਰਚਾ ਕਰਦੇ ਨੇ। ਕਬੀਰ ਜੀ ਦੀ ਸੁਰਤ ਇਤਨੀ ਤੀਕਸ਼ਣ ਹੈ, ਇਤਨੀ ਸੂਖਸ਼ਮ ਹੈ ਕਿ ਬ੍ਰਾਹਮਣ ਆ ਕੇ ਜੋ ਚਰਚਾ ਕਰਦੇ ਨੇ ਉਹਨਾਂ ਨਾਲ ਚਰਚਾ ਕਰਕੇ ਉਹਨਾਂ ਨੂੰ ਨਿਰਉੱਤਰ ਕਰ ਦਿੰਦੇ ਨੇ ਕਬੀਰ ਜੀ ਮਹਾਰਾਜ। ਜੇ ਕਿਸੇ ਨੇ ਆ ਕੇ ਆਖਿਆ ਤੂੰ ਸ਼ੂਦਰ ਹੈ ਤਾਂ ਕਬੀਰ ਜੀ ਮਹਾਰਾਜ ਜੀ ਕਹਿੰਦੇ ਤੂੰ ਦੱਸ ਆਪਣੇ ਬ੍ਰਾਹਮਣ ਹੋਣ ਦਾ ਕੀ ਪ੍ਰਮਾਣ ਹੈ ਤੇਰਾ। ਉਹ ਕਹਿੰਦਾ ਮੈਂ ਬ੍ਰਾਹਮਣ ਦੇ ਘਰ ਜੰਮਿਆ, ਬ੍ਰਾਹਮਣੀ ਦੇ ਉਦਰ ਤੋਂ ਜਨਮਿਆ, ਮੈਂ ਬ੍ਰਾਹਮਣ। ਤੇ ਕਬੀਰ ਜੀ ਨੂੰ ਫਿਰ ਕਈ ਵਾਰੀ ਸਖਤ ਸ਼ਬਦਾਵਲੀ ਵਿੱਚ ਵੀ ਕਹਿਣਾ ਪਿਆ ਕਿ ਜੇ ਤੂੰ ਬ੍ਰਾਹਮਣੀ ਦਾ ਜਾਇਆ ਹੋ ਕੇ ਆਪਣੇ ਆਪ ਨੂੰ ਬ੍ਰਾਹਮਣ ਮੰਨਦਾ ਹੈ ਤਾਂ ਜਿਸ ਰਸਤਿਓਂ ਸੰਸਾਰ ਦੇ ਸਾਰੇ ਬਾਲਕ ਆਉਂਦੇ ਆ ਤੂੰ ਵੀ ਉਸ ਰਸਤਿਓਂ ਆ ਰਿਹਾ ਹੈ, ਤੇ ਫਿਰ ਤੇਰੇ ਵਿੱਚ ਤੇ ਉਹਨਾਂ ਵਿੱਚ ਕੀ ਫਰਕ ਹੈ, ਕੀ ਅੰਤਰ ਹੈ। ਕਹਿੰਦੇ ਲਿਆ ਤੇਰੇ ਹੱਥ ਨੂੰ ਕੱਟ ਕੇ ਵੇਖੀਏ, ਜੇ ਤੇਰੀਆਂ ਰਗਾਂ ਵਿੱਚੋਂ ਖੂਨ ਦੀ ਥਾਂ ਤੇ ਦੁੱਧ ਨਿਕਲਿਆ ਤੇ ਤੂੰ ਬ੍ਰਾਹਮਣ, ਤੇ ਜੇ ਮੇਰੇ ਹੱਥਾਂ ਵਿੱਚੋਂ ਖੂਨ ਨਿਕਲਿਆ ਤੇ ਮੈਂ ਸ਼ੂਦਰ। ਜੇ ਤੇਰੇ ਸਰੀਰ ਚੋਂ ਵੀ ਖੂਨ ਨਿਕਲਦਾ, ਮੇਰੇ ਸਰੀਰ ਚੋਂ ਵੀ ਲਹੂ ਨਿਕਲਦਾ, ਤਾਂ ਫਿਰ ਸਾਡੇ ਦੋਵਾਂ ਵਿੱਚ ਤਾਂ ਕੋਈ ਫਰਕ ਨਹੀਂ। ਕਬੀਰ ਜੀ ਮਹਾਰਾਜ ਜੀ ਕਹਿਣ ਲੱਗੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ, ਜਿਹੜਾ ਬ੍ਰਹਮ ਦਾ ਹਿਰਦੇ 'ਚ ਸਾਖਸ਼ਾਤਕਾਰ ਕਰ ਲਵੇ, ਉਹ ਬ੍ਰਾਹਮਣ ਹੈ। ਹੁਣ ਉਹਨਾਂ ਬ੍ਰਾਹਮਣਾਂ ਨੂੰ ਕਬੀਰ ਜੀ ਦੇ ਤੇ ਬਚਨਾਂ ਦਾ ਜਵਾਬ ਨਹੀਂ ਆਉਂਦਾ।
ਜਾ ਕੇ ਸ਼ਿਕਾਇਤ ਕੀਤੀ, ਦਿੱਲੀ ਜਾ ਕੇ ਪੁਕਾਰੇ। ਲੋਧੀਆਂ ਦਾ ਰਾਜ ਸੀ। ਕਬੀਰ ਜੀ ਨੂੰ ਬੰਨ੍ਹ ਕੇ ਗ੍ਰਿਫਤਾਰ ਕਰਕੇ ਸੱਦ ਲਿਆ। ਕਦੇ ਜੰਜੀਰਾਂ ਨਾਲ ਬੰਨ੍ਹ ਕੇ ਪਾਣੀ ਵਿੱਚ ਸੁੱਟਦੇ ਐ ਤੇ ਕਦੇ ਖੂੰਖਾਰ ਹਾਥੀ ਦੇ ਪੈਰਾਂ ਥੱਲੇ ਸੁੱਟਦੇ ਐ ਤੇ ਹਾਥੀ ਪ੍ਰਣਾਮ ਕਰਦਾ ਕਬੀਰ ਜੀ ਦਾ ਪ੍ਰਤਾਪ ਵੇਖ ਕੇ, ਤੇ ਗੰਗਾ ਦੇ ਪਾਣੀ 'ਚ ਲਹਿਰਾਂ ਨਾਲ ਜੰਜੀਰਾਂ ਟੁੱਟ ਜਾਂਦੀਆਂ ਤੇ ਪਾਣੀ ਦੇ ਉੱਤੇ ਇਉਂ ਬੈਠੇ ਜਿਵੇਂ ਕੋਈ ਬਿਰਗਸ਼ਾਲਾ ਤੇ ਬੈਠਾ ਹੋਵੇ। ਇਹ ਵੇਖ ਕੇ ਲੋਧੀ ਬਾਦਸ਼ਾਹ ਵੀ ਚਰਨੀ ਢਹਿ ਪਿਆ। ਕਬੀਰ ਜੀ ਮਹਾਰਾਜ ਜੀ ਦੀ ਮਹਿਮਾ ਸੰਸਾਰ 'ਚ ਉਜਾਗਰ ਹੋਈ। ਬਹੁਤ ਸਾਰੀਆਂ ਕੁਰੀਤੀਆਂ ਜਿਹੜੀਆਂ ਉਸ ਵੇਲੇ ਦੀਆਂ ਸਮਾਜ 'ਚ ਫੈਲੀਆਂ ਹੋਈਆਂ ਸੀ, ਉਹਨਾਂ ਕੁਰੀਤੀਆਂ ਦਾ ਪੁਰਜੋਰ ਸ਼ਬਦਾਂ ਵਿੱਚ ਖੰਡਨ ਮਹਾਰਾਜ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 15 ਮਹਾਂਪੁਰਸ਼ਾਂ ਭਗਤਾਂ ਦੀ ਬਾਣੀ ਦਰਜ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਥਾਨ ਮਹਾਰਾਜ ਭਗਤ ਕਬੀਰ ਜੀ ਦਾ ਹੈ। ਬੜੇ ਪ੍ਰੇਮ ਦੇ ਰੰਗ ਵਿੱਚ ਭਿੱਜੇ ਹੋਏ ਅਕਾਲ ਪੁਰਖ ਦੀ ਬੰਦਗੀ ਕਰਦਿਆਂ ਹੋਇਆਂ ਸ਼ਬਦ ਉਚਾਰਦੇ ਹਨ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉਠੀ ਅਦਕਾਏ। ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਿਰਜੀਓ। ਐਸੇ ਬੇਅੰਤੀ ਸ਼ਬਦ ਮਹਾਰਾਜ ਕਬੀਰ ਜੀ ਉਚਾਰਨ ਕਰਦੇ। ਜਦੋਂ ਸ਼ਲੋਕ ਉਚਾਰਦੇ ਤੇ ਭਾਰੀ ਪਰਮ ਵੈਰਾਗ ਦਾ ਜ਼ਿਕਰ ਕਰਦੇ। ਕਬੀਰ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਭਗਤਾਂ ਵਿੱਚੋਂ ਸਭ ਤੋਂ ਮਹਿੰਗੀ ਬਾਣੀ ਹੈ। ਕਬੀਰ ਜੀ ਦੇ ਜਿਹੜੇ ਬਚਨ ਨੇ ਬਹੁਤ ਡੂੰਘੇ ਨੇ, ਸੂਖਸ਼ਮ ਯੋਗ ਦਾ ਜਦੋਂ ਕਬੀਰ ਜੀ ਮਹਾਰਾਜ ਆਪਣੇ ਸ਼ਬਦਾਂ 'ਚ ਵਰਣਨ ਕਰਦੇ ਹਨ ਤਾਂ ਉਹ ਕੇਵਲ ਅਸੀਂ ਅੱਖਰੀ ਅਰਥ ਤਾਂ ਕਰ ਲੈਂਦੇ ਹਾਂ, ਪਰ ਉਹਦੇ ਭਾਵ ਸਮਝਣੇ ਬਹੁਤ ਦੂਰ ਦੀ ਖੇਡ ਹੈ, ਕਠਿਨ ਖੇਡ ਹੈ। ਐਸੇ ਮਹਾਂਪੁਰਸ਼ ਭਗਤ ਕਬੀਰ ਜੀ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਨਿਰੰਕਾਰ ਦੀ ਬੰਦਗੀ ਤੇ ਭਗਤੀ ਕਰਦਿਆਂ ਬਤੀਤ ਕੀਤੀ। ਕਬੀਰ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਗੁਰੂ ਪਾਤਸ਼ਾਹ ਕਿਰਪਾ ਕਰਨ, ਕਬੀਰ ਜੀ ਦੇ ਪਾਵਨ ਬਚਨ, ਉਹਨਾਂ ਦੀ ਪਾਵਨ ਬਾਣੀ ਸਾਡੇ ਜੀਵਨ ਦਾ ਆਧਾਰ ਬਣੇ ਔਰ ਉਸ ਆਧਾਰ ਸਹਿਤ ਅਸੀਂ ਆਪਣੇ ਜੀਵਨ ਦਾ ਨਿਰਵਾਹ ਕਰੀਏ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਘੋੜੀਆਂ ਗਾਈਆਂ ਹਨ ਅਕਾਲ ਪੁਰਖ ਦੀ ਸਿਫਤ ਵਿੱਚ। ਇਸ ਪਾਵਨ ਬਾਣੀ ਦੇ ਸ਼ਬਦਾਂ ਨਾਲ ਇੱਕ ਇਤਿਹਾਸਕ ਘਟਨਾ ਜ਼ਰੂਰ ਚੇਤੇ ਆਉਂਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਮਹਾਨ ਤਤਵਵੇਤਾ ਮਹਾਂਪੁਰਸ਼ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਜਿਸ ਵੇਲੇ ਅਬਦਾਲੀ ਦੀ ਫੌਜ ਦਾ ਹਮਲਾ ਹੁੰਦਾ ਇੱਥੇ, ਤਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਉਸ ਵਕਤ ਨਾਲ ਦੇ ਸਾਥੀਆਂ ਨੂੰ ਸੰਬੋਧਨ ਕਰਕੇ ਆਖਿਆ, ਦੱਸੋ ਭਾਈ, ਅਸੀਂ ਮੌਤ ਰੂਪੀ ਲਾੜੀ ਵਿਆਹੁਣੀ ਹੈ, ਸਾਡੇ ਨਾਲ ਸਰਬਾਲਾ ਕਿਹੜਾ ਬਣੇਗਾ? ਇੱਕ ਸਿੰਘ ਉੱਠ ਕੇ ਖਲੋਤਾ, ਦੂਜਾ, ਤੀਜਾ। ਮਹਾਰਾਜ ਜੀ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ, ਸਰਬਾਲਾ ਤਾਂ ਇੱਕੋ ਹੀ ਹੁੰਦਾ, ਨਾਲ ਬਰਾਤ ਵੀ ਚਾਹੀਦੀ ਆ, ਬਾਕੀ ਬਰਾਤੀ ਤਿਆਰ ਹੋ ਜਾਓ। 30 ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਉਸ ਵਕਤ ਤਿਆਰ ਹੋਏ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਬਾਬਤ ਭਾਈ ਰਤਨ ਸਿੰਘ ਭੰਗੂ ਨੇ ਬੜੇ ਸੋਹਣੇ ਬਚਨ ਲਿਖੇ ਨੇ। ਜਤੀ ਸਤੀ ਹਠੀ ਤਪੀ ਸੋ ਥੋ ਪ੍ਰਣ ਕੋ ਪੂਰੋ। ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਜਤੀ ਵੀ ਨੇ, ਸਤੀ ਵੀ ਨੇ, ਤਪੀ ਵੀ ਨੇ, ਹਠੀ ਵੀ ਨੇ, ਔਰ ਜਿਹੜਾ ਪ੍ਰਣ ਕਰ ਲੈਣ ਉਸ ਪ੍ਰਣ ਨੂੰ ਪੂਰਾ ਕਰਦੇ। ਫਿਰ ਉਹਨਾਂ ਨੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਵੇਖ ਕੇ ਦੱਸਿਆ ਵੀ ਇੱਕ ਨਿਹੰਗ ਸਿੰਘ ਕਿਹੋ ਜਿਹਾ ਹੁੰਦਾ ਹੈ। ਉਹ ਕਹਿੰਦੇ, ਨਿਹੰਗ ਕਹਾਵੈ ਸੋ ਪੁਰਖ, ਦੁੱਖ ਸੁਖ ਮੰਨੈ ਨਾ ਅੰਗ।
ਨਿਹੰਗ ਕਹਾਵੈ ਸੋ ਪੁਰਖ ਦੁੱਖ ਸੁਖ ਮੰਨੈ ਨਾ ਅੰਗ। ਨਿਹੰਗ ਸਿੰਘ ਉਹ ਕਹਾਉਂਦਾ ਜਿਹੜਾ ਦੁੱਖ ਤੇ ਸੁੱਖ ਦੋਨਾਂ ਨੂੰ ਇੱਕ ਸਮਾਨ ਕਰਕੇ ਵੇਖਦਾ। ਔਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਇਹੋ ਜਿਹੇ ਨਿਹੰਗ ਸਿੰਘ ਸਨ। ਕਹਿੰਦੇ ਬੜੇ ਬੜੇ ਪਾਤਸ਼ਾਹ ਆਉਂਦੇ ਚੱਲ ਕੇ ਬਾਬੇ ਗੁਰਬਖਸ਼ ਸਿੰਘ ਦੇ ਪਾਸ, ਪਰ ਕਦੇ ਆਪਣੇ ਤਖਤ ਤੋਂ ਉੱਠ ਕੇ ਉਹਨਾਂ ਨੂੰ ਨਹੀਂ ਮਿਲੇ ਵੀ ਆਓ। ਕਹਿੰਦੇ ਆਪਣੇ ਰੰਗ ਵਿੱਚ ਰਹਿੰਦੇ ਸੀ ਕਿ ਅਸੀਂ ਵੀ ਕਲਗੀਧਰ ਪਾਤਸ਼ਾਹ ਦੇ ਪੁੱਤਰ ਆ, ਅਸੀਂ ਵੀ ਪਾਤਸ਼ਾਹ ਹਾਂ। ਸ੍ਰੀ ਅਕਾਲ। ਵੱਡੇ ਵੱਡੇ ਜਰਨੈਲ ਆਉਂਦੇ, ਵਹਿ ਰਹਿ ਆਪ ਮਗਰੂਰ। ਭਾਈ ਰਤਨ ਸਿੰਘ ਜੀ ਲਿਖਦੇ, ਉਹ ਆਪਣੇ ਰੰਗ 'ਚ ਮਗਰੂਰ ਰਹਿੰਦੇ ਵੀ ਅਸੀਂ ਵੀ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰ ਆ, ਅਸੀਂ ਵੀ ਪਾਤਸ਼ਾਹ ਹਾਂ, ਸਾਨੂੰ ਗੁਰਦੇਵ ਨੇ ਅੰਨੇ ਅੰਨੇ ਦੀ ਪਾਤਸ਼ਾਹੀ ਦਿੱਤੀ ਹੈ। ਬਾਬਾ ਗੁਰਬਖਸ਼ ਸਿੰਘ ਜੀ ਨੇ ਸਿਹਰਾ ਸਜਾਇਆ ਫੁੱਲਾਂ ਦਾ ਤੇ ਨਵੇਂ ਕੱਪੜੇ ਪਾਏ ਤੇ ਦਰਬਾਰ ਸਾਹਿਬ ਨਮਸਕਾਰ ਕੀਤੀ ਤੇ ਸੇਵਕ ਨੂੰ ਆਖਿਆ, ਗੁਰੂ ਰਾਮਦਾਸ ਸਾਹਿਬ ਜੀ ਦੇ ਵਜ਼ੀਰ ਨੂੰ, ਮਹਾਰਾਜ ਜੀ ਜਦੋਂ ਲਾੜੀ ਵਿਆਹੁਣ ਚੜ੍ਹਦਾ ਉਦੋਂ ਘੋੜੀਆਂ ਗਾਈਆਂ ਜਾਂਦੀਆਂ ਤੇ ਗੁਰੂ ਰਾਮਦਾਸ ਸਾਹਿਬ ਨੇ ਵੀ ਘੋੜੀਆਂ ਗਾਈਆਂ ਤੇ ਗਾ ਕੇ ਸੁਣਾਓ ਸਾਨੂੰ। ਤਾਂ ਇਹ ਘੋੜੀਆਂ ਉਸ ਵੇਲੇ ਪੜ੍ਹ ਕੇ ਸੁਣਾਈਆਂ ਗਈਆਂ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ। ਔਰ ਰੜ ਭੂਮੀ ਵਿੱਚ ਬੜੀ ਬਹਾਦਰੀ ਨਾਲ ਲੜੇ, ਵੈਰੀ ਦਲ ਦੇ ਆਹੂ ਲਾਉਂਦਿਆਂ 30 ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਇਹ ਪਾਵਨ ਬਾਣੀ ਹੈ ਘੋੜੀਆਂ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਚੌਥੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਦੇਹ ਤੇਜਾ ਨਾੜੀ ਹਰ ਨਵ ਰੰਗੀਆ ਰਾਮ। ਹਰ ਇੱਕ ਛੰਦ ਦਾ ਉਚਾਰਨ ਤੇ ਉਹਦੇ ਗਾਇਨ ਕਰਨ ਦਾ ਤਰੀਕਾ ਤੇ ਪ੍ਰਕਾਰ ਹੁੰਦਾ ਹੈ। ਘੋੜੀਆਂ ਅਕਸਰ ਤੁਸੀਂ ਵਿਆਹਾਂ ਸ਼ਾਦੀਆਂ ਤੇ ਮਾਤਾਵਾਂ ਭੈਣਾਂ ਨੂੰ ਗਾਉਂਦਿਆਂ ਸੁਣਿਆ ਹੋਣਾ। ਇੱਕ ਲੰਮੀ ਜੀ ਹੇਕ ਲਾ ਕੇ ਇਹ ਛੰਦ ਉਚਾਰਨ ਕੀਤਾ ਜਾਂਦਾ ਹੈ ਘੋੜੀਆਂ। ਦੇਹ ਤੇਜਣ ਜੀ ਰਾਮ ਉਪਾਈਆ ਰਾਮ। ਇਹ ਪ੍ਰਕਾਰ ਹੈ ਇਹਦੇ ਉਚਾਰਨ ਦਾ, ਗਾਇਨ ਕਰਨ ਦਾ। ਲੰਮੀ ਏਕ ਲਾ ਕੇ ਉਚਾਰਦੇ ਆ, ਗਾਉਂਦੇ। ਦੇਹ ਤੇਜ ਨੜੀ ਹਰ ਨਵ ਰੰਗੀਆ ਰਾਮ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਆ ਜਿਹੜੀ ਦੇਹ ਹੈ ਇਹ ਤੇਜਨੜੀ ਕਹਿੰਦੇ ਆ ਘੋੜੀ ਨੂੰ। ਇਹ ਘੋੜੀ ਦੇ ਮਾਨਿੰਦ ਹੈ। ਇਹ ਸਰੀਰ ਘੋੜੀ ਹੈ ਜਿਹਦੇ ਤੇ ਅਸੀਂ ਸਵਾਰ ਹਾਂ। ਸਾਡੀ ਆਤਮਾ ਇਹਦੇ ਵਿੱਚ ਸਵਾਰ ਹੈ, ਅਸੀਂ ਦੇਹ ਨਹੀਂ ਹਾਂ। ਅਸੀਂ ਇਸ ਦੇਹ ਵਿੱਚ ਰਹਿਣ ਵਾਲੇ ਦੇਹੀ ਹਾਂ। ਜਿਹੜਾ ਇਸ ਦੇਹ ਵਿੱਚ ਰਹੇ, ਇਹਦਾ ਸਾਖੀ, ਇਹਨੂੰ ਜਾਣਨ ਵਾਲਾ, ਇਹਦਾ ਗਿਆਤਾ। ਅਸੀਂ ਕਦੇ ਨਹੀਂ ਕਹਿੰਦੇ ਮੈਂ ਸਰੀਰ ਹਾਂ, ਕਹਿੰਦੇ ਆ ਮੇਰਾ ਸਰੀਰ ਹੈ। ਯਾਨੀ ਕਿ ਅੰਦਰ ਕੋਈ ਹੈ ਐਸੀ ਚੇਤਨਾ ਵੱਖਰੀ ਜਿਹੜੀ ਕਹਿ ਰਹੀ ਹੈ ਇਹ ਸਰੀਰ ਮੇਰਾ। ਤੇ ਫਿਰ ਜਦੋਂ ਅੰਦਰ ਵੇਖਾਂਗੇ ਤੇ ਦਿਸੇਗਾ ਮਨ,
ਵੀ ਮਨ ਕਹਿ ਰਿਹਾ ਵੀ ਇਹ ਸਰੀਰ ਮੇਰਾ, ਪਰ ਅਸੀਂ ਤਾਂ ਕਈ ਵਾਰੀ ਇਹ ਵੀ ਕਹਿੰਦੇ ਆ ਵੀ ਮੇਰਾ ਮਨ ਨਹੀਂ ਪਿਆ ਮੰਨਦਾ, ਯਾਨੀ ਕਿ ਮਨ ਤੋਂ ਵੀ ਪਰੇ ਕੋਈ ਹੈ ਜਿਹੜਾ ਕਹਿ ਰਿਹਾ ਵੀ ਮੇਰਾ ਮਨ, ਜਿਹੜਾ ਮਨ ਨੂੰ ਵੀ ਜਾਣਦਾ, ਉਹ ਚੇਤਨਾ ਹੈ, ਉਹ ਆਪਣਾ ਆਪ ਸਵਰੂਪ ਹੈ, ਨਿਜ ਸਵਰੂਪ ਜਿਹਨੂੰ ਕਹਿੰਦੇ। ਪਾਤਸ਼ਾਹ ਕਹਿੰਦੇ ਇਹ ਜਿਹੜੀ ਦੇਹ ਹੈ ਇਹ ਤੇਜਨੜੀ ਬੜੀ ਕੀਮਤੀ ਘੋੜੀ ਹੈ। ਤੇਜਨੜੀ ਇੱਕ ਚੰਗੀ ਜਾਤੀ ਦੀਆਂ ਘੋੜੀਆਂ ਹੁੰਦੀਆਂ, ਘੋੜਿਆਂ ਦੀਆਂ ਬਹੁਤ ਸਾਰੀਆਂ ਨਸਲਾਂ ਹੁੰਦੀਆਂ। ਅੱਜ ਕੱਲ੍ਹ ਜਿਹੜਾ ਪੰਜਾਬ ਦੇ ਵਿੱਚ ਨਸਲਾਂ ਦਾ ਘੋੜਿਆਂ ਦਾ ਵਪਾਰ ਹੈ, ਉਹ ਇੱਕ ਬਲੱਡ ਲਾਈਨ ਪਿੱਛੋਂ ਚੱਲਦੀ ਹੈ ਕਿ ਫਲਾਣੇ ਘੋੜੇ ਦਾ ਬੱਚਾ ਏ, ਫਲਾਣੇ ਦਾ ਬੱਚਾ ਏ, ਫਲਾਣੀ। ਪਰ ਪੁਰਾਤਨ ਸਮਿਆਂ ਦੇ ਵਿੱਚ ਘੋੜਿਆਂ ਦੀਆਂ ਜਿਹੜੀਆਂ ਪ੍ਰਸਿੱਧ ਜਾਤੀਆਂ ਸਨ ਉਹ ਦੇਸ਼ਾਂ ਦੇ ਮੁਤਾਬਕ ਸਨ। ਕਾਬਲ, ਕੰਧਾਰ ਤੇ ਅਫਗਾਨਿਸਤਾਨ ਦੇ ਘੋੜੇ ਬੜੇ ਵਧੀਆ ਮੰਨੇ ਜਾਂਦੇ ਸਨ, ਬਲੀ ਮੰਨੇ ਜਾਂਦੇ ਸਨ। ਹੁਣ ਜਿਵੇਂ ਅੱਜ ਕੱਲ ਅਰਬੀ ਘੋੜੇ ਕਹਿ ਦਿੰਦੇ ਆ ਵੀ ਇਹ ਅਰਬੀ ਘੋੜਾ ਹੈ, ਅਰਬੀ ਘੋੜੇ ਬੜੇ ਬਲਵਾਨ ਹੁੰਦੇ ਨੇ, ਬਲੈਤੀ ਘੋੜੇ ਹੁੰਦੇ ਆ। ਪੰਜਾਬ ਦੇ ਜਿਹੜੇ ਘੋੜੇ ਨੇ ਉਹ ਵੇਖਣ ਨੂੰ ਸੁੰਦਰ ਹੁੰਦੇ, ਘੋੜੇ ਘੋੜੀਆਂ, ਕੰਨ ਉਹਨਾਂ ਦੇ ਮਿਲੇ ਹੁੰਦੇ ਆ, ਤੇ ਕੱਦ ਕਾਠ ਹੁਣ ਅੱਜ ਕੱਲ ਉੱਚੇ ਜਿਹੜੇ ਨੇ ਉਹ ਜ਼ਿਆਦਾ ਪਸੰਦ ਕੀਤੇ ਜਾਂਦੇ, ਵੀ ਜਿੰਨਾ ਘੋੜਾ ਉੱਚਾ ਹੋਵੇ ਓਨਾ ਹੀ ਜ਼ਿਆਦਾ ਉਹਨੂੰ ਵਧੀਆ ਮੰਨਿਆ ਜਾਂਦਾ ਹੈ। ਪਰ ਪੁਰਾਤਨ ਸਮਿਆਂ ਵਿੱਚ ਘੋੜਿਆਂ ਦੇ ਬੜੇ ਬੜੇ ਹੁਨਰ ਵੇਖੇ ਜਾਂਦੇ ਵੀ ਉਹਨਾਂ ਦੇ ਪੈਰ ਦੇ ਸੁੰਮ ਕਿਹੋ ਜਿਹੇ ਨੇ, ਛਾਤੀ ਕੈਸੀ ਹੈ, ਉਹਦੇ ਵਿੱਚ ਦੌੜਨ ਦਾ ਬਲ ਕਿੰਨਾ ਕੁ ਹੈ, ਗੁਣ ਕਿੰਨੇ ਕੁ ਹਨ। ਤੇਜੜੀ ਜਾਤੀ ਦੀ ਇੱਕ ਘੋੜੀ ਹੁੰਦੀ ਆ ਬੜੀ ਕੀਮਤੀ, ਬੜੀ ਦੁਰਲਭ, ਬੜੀ ਨਾਯਾਬ। ਪਾਤਸ਼ਾਹ ਕਹਿੰਦੇ ਆ ਜਿਹੜੀ ਦੇਹ ਹੈ ਨਾ, ਸਰੀਰ, ਇਹ ਵੀ ਬੜੀ ਕੀਮਤੀ ਘੋੜੀ ਹੈ, ਇਹਦਾ ਤਾਂ ਮੁੱਲ ਹੀ ਕੋਈ ਨਹੀਂ। ਅਕਾਲ ਪੁਰਖ ਪਰਮੇਸ਼ਰ ਨੇ ਘੋੜੀ ਦਿੱਤੀ ਹੈ, ਇਹ ਸਰੀਰ ਰੂਪੀ ਤੇਜੜੀ ਘੋੜੀ, ਇਹਦਾ ਕੋਈ ਮੁੱਲ ਨਹੀਂ। ਇਸ ਦੇਹ ਰੂਪੀ ਘੋੜੀ ਉੱਤੇ ਪਰਮੇਸ਼ਰ ਦੀ ਭਗਤੀ ਦੇ ਨਾਮ ਦਾ ਨਵਾਂ ਰੰਗ ਚੜਿਆ ਹੋਇਆ। ਹਰ ਨਵ ਰੰਗੀਆ ਰਾਮ, ਹਰੀ ਪਰਮੇਸ਼ਰ ਦੇ ਨਾਮ ਦਾ ਨਵਾਂ ਰੰਗ ਉਹ ਇਸ ਦੇਹ ਰੂਪੀ ਘੋੜੀ ਤੇ ਚੜਿਆ ਹੋਇਆ। ਜਿਵੇਂ ਘੋੜੀਆਂ ਦੇ ਰੰਗ ਹੁੰਦੇ, ਲੱਖ ਹੈ, ਚਿੱਟੀ ਹੈ, ਚੰਬੀ ਹੈ, ਕਿਹੜਾ ਰੰਗ ਹੈ ਘੋੜੇ ਦਾ? ਕਹਿੰਦੇ ਇਸ ਦੇਹ ਰੂਪੀ ਘੋੜੀ ਦਾ ਰੰਗ ਹੈ ਨਵਾਂ, ਔਰ ਉਹ ਹੈ ਪਰਮੇਸ਼ਰ ਦੀ ਭਗਤੀ ਦਾ ਰੰਗ, ਅਕਾਲ ਪੁਰਖ ਦੇ ਨਾਮ ਦਾ ਰੰਗ। ਉਹ ਨਾਮ ਦਾ ਨਵਾਂ ਰੰਗ ਇਹਦੇ ਤੇ ਚੜਿਆ ਹੋਇਆ। ਗੁਰ ਗਿਆਨ ਗੁਰੂ ਹਰ ਮੰਗਿਆ ਰਾਮ। ਗੁਰ ਗਿਆਨ, ਵੱਡਾ ਗਿਆਨ, ਗੁਰੂ ਦੇ ਕੋਲੋਂ, ਹਰੀ ਦਾ, ਪਰਮੇਸ਼ਰ ਦਾ ਵੱਡਾ ਗਿਆਨ, ਗੂੜ ਗਿਆਨ, ਉਹ ਗੁਰਸਿੱਖ ਆਪਣੇ ਗੁਰੂ ਕੋਲੋਂ ਮੰਗਦਾ ਹੈ ਕਿ ਹੇ ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਘਰ ਦਾ ਵੱਡਾ ਗਿਆਨ, ਗੁਰ ਗਿਆਨ ਦਾ ਮਤਲਬ ਹੁੰਦਾ ਵੱਡਾ ਗਿਆਨ, ਹਰੀ ਅਕਾਲ ਪੁਰਖ ਪਰਮੇਸ਼ਰ ਦੇ ਘਰ ਦਾ ਬਖਸ਼ੋ। ਇਹ ਹਰੀ ਦੇ ਘਰ ਦਾ ਗਿਆਨ ਮੰਗਦੇ ਹਨ। ਗਿਆਨ ਮੰਗੇ ਹਰ ਕਥਾ ਚੰਗੀ, ਹਰ ਨਾਮ ਗਤ ਮਿਤ ਜਾਣੀਆ। ਹਰੀ ਦੇ ਪਿਆਰੇ ਹਰੀ ਦੇ ਕੋਲੋਂ ਗਿਆਨ ਮੰਗਦੇ ਹਨ। ਗਿਆਨ ਮੰਗੀ ਹਰ ਕਥਾ ਚੰਗੀ, ਜਿੱਥੇ ਹਰੀ ਦਾ ਗਿਆਨ ਮੰਗਦੇ ਉਹਨਾਂ ਨੂੰ ਹਰੀ ਦੀ ਕਥਾ ਬੜੀ ਚੰਗੀ ਲੱਗਦੀ। ਹਰ ਕਥਾ ਚੰਗੀ, ਰੱਬ ਦੇ ਪਿਆਰਿਆਂ ਨੂੰ, ਗੁਰਮੁਖਾਂ ਨੂੰ ਹਰੀ ਦੀ ਕਥਾ, ਨਿਰੰਕਾਰ ਦੀ ਕਥਾ, ਗੁਰੂ ਨਾਨਕ ਸਾਹਿਬ ਦੀ ਕਥਾ, ਗੁਰੂ ਅੰਗਦ ਸਾਹਿਬ ਦੀ ਕਥਾ, 10 ਪਾਤਸ਼ਾਹੀਆਂ ਦੀ ਕਥਾ, ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਰੱਬ ਦੇ ਪਿਆਰਿਆਂ ਨੂੰ ਬੜੀ ਚੰਗੀ ਲੱਗਦੀ ਹੈ। ਹਰ ਕਥਾ ਚੰਗੀ, ਹਰ ਨਾਮ ਗਤ ਮਿਤ ਜਾਣੀਆਂ। ਰੱਬ ਦੇ ਪਿਆਰੇ ਹਰੀ ਅਕਾਲ ਪੁਰਖ ਦੇ ਨਾਮ ਦੁਆਰਾ, ਹਰੀ ਅਕਾਲ ਪੁਰਖ ਪਰਮੇਸ਼ਰ ਦੇ ਘਰ ਦੀ ਜਿਹੜੀ ਗਤ ਮਿਤ ਮਰਿਆਦਾ ਹੈ ਉਹਨੂੰ ਜਾਣ ਲੈਂਦੇ ਹਨ। ਹਰੀ ਦੇ ਨਾਮ ਦੁਆਰਾ
ਹਰੀ ਅਕਾਲ ਪੁਰਖ ਪਰਮੇਸ਼ਰ ਦੇ ਘਰ ਦੀ ਗਤ ਮਿਤ ਮਰਿਆਦਾ ਜਾਣਦੇ ਹਨ। ਸਭ ਜਨਮ ਸਫਲਿਓ ਕੀਆ ਕਰਤੈ ਹਰ ਰਾਮ ਨਾਮ ਵਖਾਣੀਆ। ਇਹ ਜਨਮ ਕਰਤਾ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਸਫਲਿਆ ਕੀਤਾ। ਸਭ ਜਨਮ ਸਫਲਿਓ ਕੀਆ ਕਰਤਾ। ਕਰਤਾ ਕੇਵਲ ਅਕਾਲ ਪੁਰਖ ਹੈ ਖਾਲਸਾ ਜੀ, ਕੇਵਲ ਨਿਰੰਕਾਰ ਕਰਤਾ ਹੈ। ਗੁਰਬਾਣੀ ਦੇ ਅਰਥ ਅੱਜ ਦੇ ਇਸ ਵਰਤਮਾਨ ਸਮੇਂ ਵਿੱਚ ਬੰਦੇ ਨੇ ਤਰੋੜ ਮਰੋੜ ਕੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਆਪਣੀ ਮਤ ਅਨੁਸਾਰ। ਕਿਸੇ ਨੇ ਕੱਲ ਹੀ ਦੱਸਿਆ ਕਿ ਜਿਹੜਾ ਕਰਤਾ ਪੁਰਖ ਮੂਲ ਮੰਤਰ ਵਿੱਚ ਸ਼ਬਦ ਆਉਂਦਾ ਨਾ, ਕਰਤਾ ਪੁਰਖ, ਉਹਦੇ ਅਰਥ ਇਉਂ ਕਰਨ ਲੱਗ ਪਏ ਨੇ ਵੀ ਇਹ ਕਰਤਾ ਪੁਰਖ ਕਿਰਤੀ ਬੰਦੇ ਵਾਸਤੇ ਪਰ ਗੁਰੂ ਨਾਨਕ ਸਾਹਿਬ ਨੇ ਵਰਤਿਆ ਵੀ ਜਿਹੜਾ ਕਿਰਤੀ ਬੰਦਾ ਹੈ ਉਹਦੇ ਬਾਰੇ ਕਿਹਾ ਕਰਤਾ ਪੁਰਖ ਵੀ ਇਹ ਕਿਰਤ ਕਰਨ ਵਾਲਾ ਹੈ। ਹੁਣ ਕਿਰਤ ਤਾਂ ਸੰਸਾਰ ਦੇ ਹਰ ਇੱਕ ਪ੍ਰਾਣੀ ਕਰ ਰਹੇ ਨੇ, ਉਹਨਾਂ ਨਾਲ ਜੋੜਨ ਲੱਗ ਪਏ ਨੇ ਇਹੋ ਜਿਹੇ ਅਰਥ। ਖਾਲਸਾ ਜੀ ਸੁਚੇਤ ਹੋਵੋ। ਕਰਤਾ ਅਕਾਲ ਪੁਰਖ ਦਾ ਵਾਚਕ ਹੈ। ਬਾਕੀ ਅਸੀਂ ਤੁਸੀਂ ਜਿੰਨੇ ਵੀ ਜੀਵ ਜੰਤੂ ਆ ਉਹਦੀ ਕਿਰਤ ਆ। ਕਰਤਾ ਉਹ ਹੈ, ਅਸੀਂ ਉਹਦੇ ਕੀਤੇ ਹੋਏ ਉਹਦੀ ਕਿਰਤ ਆ। ਬੰਦਾ ਕਰਤਾ ਨਹੀਂ ਹੋ ਸਕਦਾ, ਮਨੁੱਖ ਕਰਤਾ ਨਹੀਂ ਹੋ ਸਕਦਾ। ਕਰਤਾ ਅਕਾਲ ਪੁਰਖ ਪਰਮੇਸ਼ਰ ਹੈ ਤੇ ਕਰਤਾ ਪੁਰਖ ਨੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸਾਡਾ ਜਨਮ ਸਫਲਿਆ ਕਰ ਦਿੱਤਾ ਹੈ। ਸਭ ਜਨਮ ਸਫਲਿਓ ਕੀਆ ਕਰਤਾ ਰਾਮ ਨਾਮ ਵਖਾਣੀਆਂ। ਰਾਮ ਦਾ ਜਿਹੜਾ ਅੰਮ੍ਰਿਤ ਨਾਮ ਹੈ, ਹੇ ਭਾਈ ਉਹਨੂੰ ਆਪਣੀ ਰਸਨਾ ਤੋਂ ਵਖਾਣੀਏ, ਰਾਮ ਦੇ ਨਾਮ ਨੂੰ ਆਪਣੀ ਰਸਨਾ ਤੋਂ ਜਪੀਏ। ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਹੇ ਭਾਈ ਆਪਣੀ ਰਸਨਾ ਤੋਂ ਵਖਾਣੀਏ ਜਪੀਏ। ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗਿਆ। ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹੇ ਭਾਈ ਉਹਨੂੰ ਸਲਾਹੋ। ਹਰ ਰਾਮ ਨਾਮ ਸਲਾਹੇ ਹਰ ਪਰਬ। ਹਰੀ ਪ੍ਰਭੂ ਨੂੰ ਹਰੀ ਦਾ ਨਾਮ ਜਪ ਜਪ ਕੇ ਸਲਾਹੋ। ਹਰ ਭਗਤ ਹਰ ਜਨ ਮੰਗੀਆ। ਹਰੀ ਦੇ ਜਨ ਉਹ ਹਰੀ ਦੇ ਕੋਲੋਂ ਹਰੀ ਦੀ ਭਗਤੀ ਮੰਗਦੇ ਹਨ। ਉਹ ਕਹਿੰਦੇ ਹੇ ਪ੍ਰਭੂ ਸਾਨੂੰ ਆਪਣੀ ਭਗਤੀ ਦਾ ਕਿਣਕਾ ਬਖਸ਼। ਤੇਰੀ ਭਗਤੀ ਦੇ ਅਵਲੰਬ ਬੜੇ ਜੀਵ ਧਰੇ ਹਨ। ਹੇ ਪ੍ਰਭੂ ਕਿਰਪਾ ਕਰੋ, ਦਇਆ ਕਰੋ, ਸਾਨੂੰ ਆਪਣੀ ਭਗਤੀ ਦਾ ਕਿਣਕਾ ਬਖਸ਼ੋ। ਇਉਂ ਹਰੀ ਦੇ ਜਨ ਹਰੀ ਦੇ ਚਰਨਾਂ ਚੋਂ ਭਗਤੀ ਦਾ ਦਾਨ ਮੰਗਦੇ ਹਨ। ਕਬੀਰ ਜੀ ਜੈਸੇ ਮਹਾਂਪੁਰਸ਼ਾਂ ਨੇ ਅਕਾਲ ਪੁਰਖ ਦੇ ਚਰਨਾਂ ਚੋਂ ਦੀ ਭਗਤੀ ਮੰਗੀ। ਉਹ ਕਹਿੰਦੇ ਤੇਰੀ ਭਗਤ ਨਾ ਛੋਡੋ, ਭਾਵੈ ਲੋਗ ਹਸੈ। ਹੇ ਪ੍ਰਭੂ ਤੇਰੀ ਭਗਤੀ ਚਾਹੀਦੀ ਹੈ, ਤੇਰੀ ਬੰਦਗੀ ਚਾਹੀਦੀ ਹੈ। ਤੋ ਰੱਬ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਚਰਨਾਂ ਚੋਂ ਮੰਗੀ ਹੀ ਬੰਦਗੀ ਹੈ। ਅਕਾਲ ਪੁਰਖ ਦੇ ਪਿਆਰਿਆਂ ਨੇ ਹਰੀ ਦੇ ਕੋਲੋਂ ਮੰਗੀ ਹੀ ਉਹਦੀ ਭਗਤੀ ਹੈ।
ਤੋ ਹਰੀ ਪਰਮੇਸ਼ਰ ਦੀ ਭਗਤੀ ਦਾ ਦਾਨ ਹੈ ਪ੍ਰਭੂ ਜੀ। ਹਰੀ ਦੇ ਜਨ ਤੁਹਾਡੇ ਚਰਨਾਂ ਚੋਂ ਮੰਗਦੇ ਹਨ। ਜਨ ਕਹਿ ਨਾਨਕ ਸੁਣੋ ਸੰਤੋ, ਹਰ ਭਗਤ ਗੋਵਿੰਦ ਚੰਗੀਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ, ਹੇ ਸੰਤ ਜਨੋ ਸੁਣੋ। ਹੇ ਸੰਤ ਜਨੋ, ਇੱਥੇ ਸੰਤੋ ਸ਼ਬਦ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਗੁਰੂ ਰਾਮਦਾਸ ਸਾਹਿਬ। ਹੇ ਸਤ ਸੰਗੀਓ, ਸੰਤੋ ਦਾ ਅਰਥ ਕਰਾਂਗੇ ਸਤ ਸੰਗੀਓ। ਹੇ ਸਤ ਦੀ ਸੰਗਤ ਕਰਨ ਵਾਲਿਓ, ਸਤ ਸੰਗੀਓ ਸੁਣੋ। ਹਰੀ ਪਰਮੇਸ਼ਰ ਦੀ ਭਗਤੀ, ਗੋਬਿੰਦ ਦੀ ਭਗਤੀ ਗੋਬਿੰਦ ਨੂੰ ਚੰਗੀ ਲੱਗਦੀ। ਹਰ ਭਗਤ ਗੋਬਿੰਦ ਚੰਗੀਆ। ਹਰੀ ਦੀ ਭਗਤੀ ਹੀ ਗੋਬਿੰਦ ਨੂੰ ਚੰਗੀ ਲੱਗਦੀ ਹੈ। ਇਹ ਗੱਲ ਸੁਣ ਲਓ ਧਿਆਨ ਨਾਲ। ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਉਹਨੂੰ ਚੰਗੇ ਲੱਗਣ ਲੱਗ ਜਾਓ, ਤਾਂ ਫਿਰ ਉਹਦੀ ਭਗਤੀ 'ਚ ਜੁੜ ਜਾਓ। ਉਹਦੀ ਭਗਤੀ ਵਿੱਚ ਆਪਣੇ ਆਪ ਨੂੰ ਰੰਗ ਲਓ। ਦੇਹ ਕੰਚਨ ਜੀਨ ਸੋਵਿਨਾ ਰਾਮ। ਫਿਰ ਕਹਿੰਦੇ ਇਹ ਜਿਹੜੀ ਦੇਹ ਹੈ ਨਾ, ਇਉਂ ਸਮਝ ਲਓ ਵੀ ਇਹ ਸੋਨਾ ਹੈ। ਸਵਿੰਨਾ ਸੋਨਾ ਕੰਚਨ। ਇਹਦੇ ਉੱਤੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਹਰੀ ਦਾ, ਉਹ ਇਉਂ ਹੈ ਜਿਵੇਂ ਕੋਈ ਕਾਠੀ ਪਾਈ ਹੋਵੇ ਬੜੀ ਸੋਹਣੀ ਸੋਨੇ ਦੀ। ਉਹ ਸੋਨੇ ਦੀ ਕਾਠੀ ਪਾਈ ਹੋਈ ਬੜੀ ਸੁੰਦਰ ਹੈ। ਜਾੜ ਹਾਰ ਹਾਰ ਨਾਮ ਰਤਨਾ ਰਾਮ। ਔਰ ਉਸ ਸੋਨੇ ਦੀ ਕਾਠੀ ਵਿੱਚ ਪਰਮੇਸ਼ਰ ਦੇ ਨਾਮ ਦਾ ਕੀਮਤੀ ਰਤਨ ਜੜਿਆ ਹੋਇਆ। ਜਾੜ ਨਾਮ ਰਤਨ ਗੋਬਿੰਦ ਪਾਇਆ। ਹਰ ਮਿਲੇ ਹਰ ਗੁਣ ਸੁਖ ਘਾਣੇ। ਇਹਦੇ ਚ ਨਾਮ ਰੂਪੀ ਰਤਨ ਜੜਿਆ, ਤੇ ਜਿਸ ਨੂੰ ਜੜ ਕੇ ਅਸੀਂ ਗੋਬਿੰਦ ਦੇ ਸਵਰੂਪ ਦੀ ਪ੍ਰਾਪਤੀ ਕੀਤੀ। ਹਰੀ ਜੀ ਮਿਲ ਗਏ, ਤੇ ਹਰੀ ਨੂੰ ਮਿਲਦਿਆਂ ਸਾਰ ਹਰੀ ਦੇ ਗੁਣ ਆਏ, ਤੇ ਹਰੀ ਦੇ ਗੁਣਾਂ ਨਾਲ ਘਣੇ ਸੁਖ ਪ੍ਰਾਪਤ ਹੋ ਗਏ। ਹਰ ਗੁਣ ਸੁਖ ਘਣੇ। ਹਰੀ ਦੇ ਗੁਣ ਮਿਲੇ ਤੇ ਨਾਲ ਘਣੇ ਸੁਖ ਪ੍ਰਾਪਤ ਹੋ ਗਏ। ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ। ਵੱਡ ਭਾਗੀ ਹਰ ਰੰਗ ਹਰ ਬਾਣੇ। ਗੁਰੂ ਕਾ ਸ਼ਬਦ ਪ੍ਰਾਪਤ ਕੀਤਾ, ਹਰੀ ਦਾ ਨਾਮ ਧਿਆਇਆ। ਜਿਨ੍ਹਾਂ ਦੇ ਭਾਗ ਵੱਡੇ ਸਨ ਭਾਈ, ਉਹਨਾਂ ਤੇ ਹਰੀ ਦਾ ਰੰਗ ਚੜਿਆ, ਤੇ ਹਰ ਦਾ ਸਵਰੂਪ ਹੀ ਹੋ ਗਏ। ਹਰ ਰੰਗ ਹਰ ਬਣੇ। ਹਰੀ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਉਹ ਹਰੀ ਬਣ ਗਏ, ਹਰੀ ਦਾ ਹੀ ਸਵਰੂਪ ਹੋ ਗਏ। ਹਰ ਮਿਲੇ ਸੁਆਮੀ ਅੰਤਰ ਜਾਮੀ। ਹਰ ਨਵ ਤਨ ਹਰ ਨਵ ਰੰਗੀਆ। ਹਰੀ ਸੁਆਮੀ ਜੀ ਉਹਨਾਂ ਨੂੰ ਮਿਲ ਗਏ ਜੋ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਔਰ ਉਹਦਾ ਜਿਹੜਾ ਸਵਰੂਪ ਹੈ ਉਹ ਸਦਾ ਹੀ ਨਵ ਤਨ ਨਵਾਂ। ਗੁਰੂ ਖਾਲਸਾ ਜੀ, ਪਾਰ ਬ੍ਰਹਮ ਪਰਮੇਸ਼ਰ ਦਾ ਸਵਰੂਪ ਕਦੇ ਵੀ ਪੁਰਾਣਾ ਨਹੀਂ ਹੁੰਦਾ, ਕਦੇ ਵੀ ਜੀਰਣ ਨਹੀਂ ਹੁੰਦਾ। ਉਹ ਸਦਾ ਹੀ ਨਵ ਤਨ ਹੈ, ਔਰ ਉਹਦਾ ਰੰਗ ਵੀ ਨਵਾਂ ਹੈ। ਹਰ ਨਵ ਤਨ ਹਰੀ ਨਵਾਂ ਨਵ ਰੰਗੀਆ। ਫਿਰ ਉਹਦਾ ਰੰਗ ਵੀ ਨਵਾਂ ਹੈ, ਆਪ ਵੀ ਨਵਾਂ ਤੇ ਉਹਦਾ ਰੰਗ ਵੀ ਨਵਾਂ। ਨਿਤ ਨਵਾਂ ਹੀ ਰੰਗ ਹੈ। ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ, ਜਿਹੜਾ ਰੰਗ ਹੈ ਕੱਲ ਫਿਰ ਨਿਤ ਨਵਾਂ, ਪਰਸੋਂ ਫਿਰ ਨਿਤ ਨਵਾਂ, ਚੌਥੇ ਫਿਰ ਨਿਤ ਨਵਾਂ। ਮਹਾਰਾਜ ਜੀ ਦੀ ਭਗਤੀ ਦਾ ਰੰਗ ਨੇਤੀ ਨਵਾਂ ਹੈ। ਅੱਜ ਜਪਜੀ ਸਾਹਿਬ ਪੜਿਆ ਨਵਾਂ ਰੰਗ ਹੈ, ਕੱਲ ਪੜੋਗੇ ਫਿਰ ਨਵਾਂ ਰੰਗ ਹੈ, ਪਰਸੋਂ ਪੜੋਗੇ ਫਿਰ ਨਵਾਂ ਰੰਗ ਹੈ। ਨੇਤੀ ਨਵਾਂ ਰੰਗ ਹੈ ਸਤਿਗੁਰਾਂ ਦੀ ਬਾਣੀ ਦਾ। ਹਰੀ ਦਾ ਸਵਰੂਪ ਨਵਤਨ ਨਵਾਂ ਹੈ, ਔਰ ਉਹਦਾ ਰੰਗ ਵੀ ਨਵਾਂ ਹੈ। ਹਾਂਜੀ, ਨਾਨਕ ਵਖਾਣੈ ਨਾਮ ਜਾਣੈ।
ਹਰ ਨਾਮ ਹਰ ਪ੍ਰਭ ਮੰਗਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਵਖਾਣ ਦੇ ਉਚਾਰਦੇ ਕਿ ਹਰੀ ਦੇ ਨਾਮ ਦੁਆਰਾ ਹੀ ਹਰੀ ਨੂੰ ਜਾਣਿਆ ਜਾਂਦਾ ਹੈ। ਹਰ ਨਾਮ ਹਰ ਪ੍ਰਭ ਮੰਗਿਆ, ਇਸ ਕਰਕੇ ਮੈਂ ਹਰੀ ਪ੍ਰਭੂ ਦੇ ਚਰਨਾਂ ਚੋਂ ਹਰੀ ਦਾ ਨਾਮ ਹੀ ਮੰਗਦਾ ਹਾਂ। ਹੇ ਹਰੀ, ਕਿਰਪਾ ਕਰਕੇ ਦਇਆ ਕਰਕੇ ਮੈਨੂੰ ਆਪਣਾ ਨਾਮ ਦੇਵੋ, ਆਪਣੇ ਅੰਮ੍ਰਿਤ ਨਾਮ ਦੀ ਦਾਤ ਮੈਨੂੰ ਬਖਸ਼ਿਸ਼ ਕਰੋ। ਘੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ। ਗੁਰੂ ਦੇ ਸ਼ਬਦ ਦਾ ਜਿਹੜਾ ਅੰਕੁਸ਼ ਕੁੰਡਾ ਹੈ ਨਾ, ਗੁਰੂ ਕੇ ਉਪਦੇਸ਼ ਦਾ, ਇਉਂ ਸਮਝ ਲਓ ਵੀ ਇਸ ਦੇਹ ਰੂਪੀ ਘੋੜੀ ਦੇ ਮੂੰਹ ਵਿੱਚ ਪਾਇਆ ਹੋਇਆ ਕੰਡਿਆਲ ਹੈ, ਲਗਾਮ ਹੈ ਗੁਰੂ ਕਾ ਉਪਦੇਸ਼। ਜਿਵੇਂ ਘੋੜੀ ਦੇ ਮੂੰਹ ਦੇ ਵਿੱਚ ਲਗਾਮ ਪਾਈ ਹੁੰਦੀ ਹੈ, ਇਦਾਂ ਗੁਰੂ ਕਾ ਜਿਹੜਾ ਸ਼ਬਦ ਹੈ, ਗੁਰੂ ਕਾ ਉਪਦੇਸ਼ ਇਸ ਦੇਹ ਰੂਪੀ ਘੋੜੀ ਦੇ ਮੂੰਹ ਵਿੱਚ ਪਾਇਆ ਹੋਇਆ ਕੰਡਿਆਲਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਲਗਾਮ ਹੈ। ਔਰ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਇਹ ਕੁੰਡਾ ਸਮਝ ਲਓ, ਗੁਰੂ ਕੇ ਸਿੱਖ ਦੇ ਸਿਰ ਉੱਤੇ ਗੁਰੂ ਕੇ ਸ਼ਬਦ ਦਾ ਕੁੰਡਾ ਹੈ। ਹਾਂਜੀ, ਮਨ ਮੈਂ ਗਲ ਗੁਰ ਸ਼ਬਦ ਵਸ ਆਇਆ ਰਾਮ। ਕਹਿੰਦੇ ਜਿੱਥੇ ਦੇਹ ਘੋੜੀ ਆ ਉੱਥੇ ਜਿਹੜਾ ਇਹ ਮਨ ਹੈ ਹਾਥੀ ਹੈ। ਮਨ ਮੈਗਲ, ਇਹ ਮਨ ਮੈਗਲ ਹਾਥੀ ਹੈ। ਇਸ ਮਨ ਰੂਪੀ ਹਾਥੀ ਵਾਸਤੇ ਗੁਰੂ ਕਾ ਸ਼ਬਦ ਕੁੰਡਾ, ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੁੰਦਾ ਨਾ, ਉਸ ਕੁੰਡੇ ਵਾਂਗੂ ਹੈ ਗੁਰੂ ਕਾ ਸ਼ਬਦ। ਗੁਰੂ ਕੇ ਸ਼ਬਦ ਦੁਆਰਾ ਇਹ ਜਿਹੜਾ ਮਨ ਰੂਪੀ ਹਾਥੀ ਹੈ, ਇਹ ਕਾਬੂ ਵਿੱਚ ਆ ਜਾਂਦਾ, ਵਸ ਵਿੱਚ ਆ ਜਾਂਦਾ। ਮਨ ਮੈਗਲ ਗੁਰ ਸ਼ਬਦ ਵਸ ਆਇਆ ਰਾਮ। ਗੁਰੂ ਦੇ ਸ਼ਬਦ ਦੁਆਰਾ ਇਹ ਮਨ ਰੂਪੀ ਹਾਥੀ ਵਸ ਵਿੱਚ ਆ ਗਿਆ, ਕਾਬੂ ਵਿੱਚ ਆ ਗਿਆ। ਮਨ ਵਸ ਗਤ ਆਇਆ ਪਰਮ ਪਦ ਪਾਇਆ। ਸਾ ਤਨ ਕੰਤ ਪਿਆਰੀ। ਮਨ ਦੀ ਜਿਹੜੀ ਗਤ ਸੀ ਉਹ ਵਸ ਵਿੱਚ ਆ ਗਈ, ਕਾਬੂ ਵਿੱਚ ਆ ਗਈ, ਸਮਝ ਪੈ ਗਿਆ ਕਿ ਮਨ ਦੀ ਗਤੀ ਕੀ ਹੈ। ਗਤੀ ਅਗਤੀ ਦਾ ਪਤਾ ਲੱਗ ਗਿਆ ਮਨ ਦਾ, ਤੋ ਮਨ ਵਸ ਵਿੱਚ ਆ ਗਿਆ। ਜਦੋਂ ਮਨ ਵਸ ਆਇਆ ਤਾਂ ਸਾਹਿਬ ਕਹਿੰਦੇ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ, ਪਰਮ ਪਦ। ਤੇ ਕਹਿੰਦੇ ਜਿਨ੍ਹਾਂ ਨੂੰ ਪਰਮ ਪਦਵੀ ਪ੍ਰਾਪਤ ਹੋ ਗਈ, ਉਹ ਜਿਹੜੀਆਂ ਜੀਵ ਰੂਪੀ ਇਸਤਰੀਆਂ ਸਨ, ਸਾਧਨ ਕੰਤ ਪਿਆਰੀ, ਉਹ ਜੀਵ ਰੂਪੀ ਇਸਤਰੀਆਂ ਫਿਰ ਉਸ ਕੰਤ ਨੂੰ, ਉਸ ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਪਿਆਰੀਆਂ ਲੱਗਦੀਆਂ ਨੇ। ਕੌਣ ਜੀ? ਜਿਨ੍ਹਾਂ ਦਾ ਮਨ ਜਿਨ੍ਹਾਂ ਦੇ ਵਸ ਵਿੱਚ ਆ ਗਿਆ, ਉਹ ਫਿਰ ਉਸ ਰੱਬ ਨੂੰ ਪਿਆਰੇ ਲੱਗਦੇ ਨੇ, ਉਸ ਪਰਮੇਸ਼ਰ ਨੂੰ ਪਿਆਰੇ ਲੱਗਦੇ ਹਨ। ਅੰਤਰ ਪ੍ਰੇਮ ਲੱਗਾ ਹਰ ਸੇਤੀ। ਘਰ ਸੋ ਹੈ ਹਰ ਪ੍ਰਭ ਨਾਰੀ। ਜਿਨ੍ਹਾਂ ਜੀਵਾਂ ਦੇ ਹਿਰਦਿਆਂ ਵਿੱਚ ਹਰੀ ਪਰਮੇਸ਼ਰ ਦਾ ਪ੍ਰੇਮ ਲੱਗਾ ਹੈ ਅੰਦਰ, ਉਹਨਾਂ ਦੇ ਹਿਰਦੇ ਰੂਪੀ ਘਰ ਸ਼ੁਭ ਗੁਣਾ ਸਹਿਤ ਸੋਭਣ ਲੱਗ ਪੈਂਦੇ ਨੇ। ਘਰ ਸੋ ਹੈ, ਘਰ ਸੋਭਦੇ ਨੇ ਉਹਨਾਂ ਦੇ ਹਿਰਦੇ ਰੂਪੀ ਘਰ ਸ਼ੁਭ ਗੁਣਾ ਸਹਿਤ। ਤੇ ਇਹੋ ਜੀਆਂ ਜੀਵ ਰੂਪੀ ਇਸਤਰੀਆਂ ਹਰ ਪ੍ਰਭ ਨਾਰੀ, ਉਹ ਹਰੀ ਪਰਮੇਸ਼ਰ ਦੀਆਂ ਨਾਰਾਂ ਹਨ, ਉਹ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਅਭੇਦ ਹਨ। ਹਰ ਰੰਗ ਰਾਤੀ ਸਹਜੇ ਮਾਤੀ। ਜਿਹੜੀ ਹਰੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰਤੀ ਜੀਵ ਰੂਪੀ ਇਸਤਰੀ ਹੈ, ਉਹ ਸਹਿਜ ਦੀ ਤੁਰਿਆ ਪਦ ਦੀ ਅਵਸਥਾ ਵਿੱਚ ਮਾਤੀ ਮਸਤ ਹੈ। ਹਰ ਪ੍ਰਭ ਹਰ ਹਰ ਪਾਇਆ। ਇਹ ਭਾਈ ਹਰੀ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਸਵਰੂਪ ਨੂੰ ਹਰ ਹਰ ਕਰਦਿਆਂ ਪਰਮੇਸ਼ਰ ਨੇ ਪਾ ਲਿਆ। ਉਹ ਜੀਵਾਂ ਨੇ ਪ੍ਰਾਪਤ, ਉਹਨਾਂ ਜੀਵਾਂ ਨੇ ਪ੍ਰਾਪਤ ਕਰ ਲਿਆ
ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਚਿੰਤਨ ਕੀਤਾ ਹੈ। ਨਾਨਕ ਜਨ ਹਰ ਦਾਸ ਕਹਤ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਹਰੀ ਦੇ ਦਾਸ ਇਹ ਕਹਿੰਦੇ ਹਨ, ਵੱਡ ਭਾਗੀ ਹਰ ਹਰ ਧਿਆਇਆ। ਕੀ ਕਹਿੰਦੇ ਆ ਗੁਰੂ ਰਾਮਦਾਸ ਸਾਹਿਬ? ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਆ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹੀ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦੇ ਹਨ। ਵੱਡ ਭਾਗੇ ਹਰ ਹਰ ਧਿਆਇਆ, ਵੱਡ ਭਾਗੇ ਹਰ ਹਰ ਧਿਆਇਆ। ਵੱਡ ਭਾਗੇ ਹਰ ਹਰ ਧਿਆਇਆ, ਵੱਡ ਭਾਗੇ ਹਰ ਹਰ ਧਿਆਇਆ। ਵੱਡ ਭਾਗੇ ਹਰ ਹਰ ਧਿਆਇਆ, ਵੱਡ ਭਾਗੇ ਹਰ ਹਰ ਧਿਆਇਆ। ਵੱਡ ਭਾਗੇ ਹਰ ਹਰ ਧਿਆਇਆ, ਵੱਡ ਭਾਗੇ ਹਰ ਹਰ ਧਿਆਇਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਹਿੰਦੇ, ਜਿਨ੍ਹਾਂ ਦੇ ਭਾਗ ਵੱਡੇ, ਜਿਨ੍ਹਾਂ ਦੇ ਕਰਮ ਚੰਗੇ, ਉਹੀ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਤੇ ਆਰਾਧਦੇ ਹਨ। ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ। ਇਹ ਭਾਈ ਇਹ ਦੇ ਘੋੜੀ ਆ, ਇਹਦੇ ਤੇ ਸਵਾਰ ਹੋ ਕੇ ਹਰੀ ਪਾਇਆ ਜਾਂਦਾ। ਕੇਵਲ ਇਹ ਮਨੁੱਖੀ ਕਾਇਆ ਜਿਹਦੇ ਚ ਪਰਮੇਸ਼ਰ ਦਾ ਸਰੂਪ ਮਿਲਦਾ। ਇਸ ਮਨੁੱਖੀ ਕਾਇਆ ਤੋਂ ਬਿਨਾਂ ਦੁਨੀਆ 'ਚ ਹੋਰ ਕੋਈ ਕਾਇਆ ਨਹੀਂ ਜਿਹਦੇ 'ਚ ਰੱਬ ਦੇ ਘਰ ਦੇ ਸਰੂਪ ਦੀ ਪ੍ਰਾਪਤੀ ਹੋਵੇ। ਕੇਵਲ ਇੱਕ ਬੰਦਾ ਆ ਜਿਹੜਾ ਪਰਮੇਸ਼ਰ 'ਚ ਭੇਦ ਹੋ ਸਕਦਾ ਹੈ। ਦੇਵਤੇ ਵੀ ਲੋਚਦੇ ਨੇ, ਉਹ ਵੀ ਪਰਮੇਸ਼ਰ 'ਚ ਭੇਦ ਨਹੀਂ ਹੋ ਸਕਦੇ, ਕਿਉਂਕਿ ਮਨੁੱਖੀ ਕਾਇਆ ਉਹਨਾਂ ਪਾਸ ਨਹੀਂ। ਇਹ ਦੇ ਘੋੜੀ ਹੈ ਜਿਹਦੇ ਤੇ ਸਵਾਰ ਹੋ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਪਾਈਦਾ ਹੈ। ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ। ਕਹਿੰਦੇ ਹੈ ਭਾਈ, ਸਤਿਗੁਰਾਂ ਨਾਲ ਮਿਲ ਕੇ, ਸਤਿਗੁਰੂ ਜੀ ਨਾਲ ਮਿਲ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਮੰਗਲ ਗਾਏ ਹਨ। ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ। ਇਹ ਭਾਈ, ਸਤਿਗੁਰਾਂ ਨਾਲ ਮਿਲ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਮੰਗਲ ਗਾਏ ਹਨ। ਹਰ ਗਾਏ ਮੰਗਲ ਰਾਮ ਨਾਮਾ, ਹਰ ਸੇਵ ਸੇਵਕ ਸੇਵਕੀ। ਹਰੀ ਵਾਹਿਗੁਰੂ ਪਰਮੇਸ਼ਰ ਦੇ ਮੰਗਲ ਗਾਈਏ, ਰਾਮ ਦੇ ਨਾਮ ਦੀ ਆਰਾਧਨਾ ਕਰੀਏ ਤੇ ਹਰੀ ਦੇ ਸੇਵਕ ਬਣ ਕੇ ਸੇਵਾ ਕੀਤੀ ਆ ਗੁਰਮੁਖਾਂ ਨੇ। ਹਰ ਸੇਵ ਸੇਵਕ ਸੇਵਕੀ। ਹਰੀ ਨੂੰ ਸੇਵਿਆ ਕਿਵੇਂ? ਸੇਵਕ ਬਣ ਕੇ ਸੇਵਾ ਕੀਤੀ। ਸੇਵਕੀ ਕੀਤੀ ਹੈ ਸੇਵਾ, ਸੇਵਕ ਬਣ ਕੇ। ਬੜਾ ਔਖਾ ਹੈ ਸੇਵਕ ਬਣ ਕੇ ਸੇਵਾ ਕਰਨੀ। ਹਾਂਜੀ। ਪ੍ਰਭ ਜਾਏ ਪਾਵੈ ਰੰਗ ਮਹਿਲੇ, ਹਰ ਰੰਗ ਮਾਣੈ ਰੰਗ ਕੀ। ਅਕਾਲ ਪੁਰਖ ਪ੍ਰਭੂ ਦੇ ਸਵਰੂਪ ਨੂੰ ਤਿਨਾਂ ਨੇ ਪਾ ਲਿਆ ਹੈ। ਉਹਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਹਦੇ ਮਹਿਲੀ ਸਵਰੂਪ ਨੂੰ ਪ੍ਰਾਪਤ ਕਰ ਲਿਆ। ਜਿਨ੍ਹਾਂ ਨੇ ਹਰੀ ਦਾ ਰੰਗ ਮਾਣਿਆ, ਦੁਨੀਆ ਦੇ ਰੰਗ ਉਹਨਾਂ ਸਾਹਮਣੇ ਕੀ ਨੇ? ਰੰਗ ਕੀ? ਦੁਨੀਆ ਦੇ ਰੰਗ ਕੀ ਨੇ ਉਹਨਾਂ ਦੇ ਸਾਹਮਣੇ? ਜਿਨ੍ਹਾਂ ਨੇ ਹਰੀ ਦੀ ਭਗਤੀ ਦਾ ਰੰਗ ਮਾਣਿਆ ਹੈ। ਗੁਣ ਰਾਮ ਗਾਏ ਮਨ ਸੁਪਾਏ, ਹਰ ਗੁਰਮਤਿ ਮਨ ਧਿਆਇਆ। ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਤੇ ਮਨ ਸ਼ੋਭਨੀਕ ਹੋ ਗਿਆ। ਰੱਬ ਦੇ ਪਿਆਰਿਆਂ ਨੇ ਗੁਰੂ ਦੀ ਮੱਤ ਲੈ ਕੇ ਮਨ ਕਰਕੇ ਪਰਮੇਸ਼ਰ ਨੂੰ ਧਿਆਇਆ ਹੈ। ਜਨ ਨਾਨਕ ਹਰ ਕਿਰਪਾ ਤਾਰੀ, ਦੇਹ ਘੋੜੀ ਚਾੜ
ਹਰ ਪਾਇਆ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਰੀ ਨੇ ਸਾਡੇ ਤੇ ਆਪਣੀ ਕਿਰਪਾ ਧਾਰੀ ਐ। ਇਸ ਦੇਹ ਰੂਪੀ ਘੋੜੀ ਤੇ ਚੜ੍ਹ ਕੇ ਅਸੀਂ ਹਰੀ ਦੇ ਸਵਰੂਪ ਦੀ ਪ੍ਰਾਪਤੀ ਕੀਤੀ ਹੈ। ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨੇ ਪਾਵਨ ਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, ਕੱਲ 15 ਤਰੀਕ ਨੂੰ ਜਿੱਥੇ ਸਕਰਾਂਤ ਦਾ ਦਿਨ ਹੈ, ਉੱਥੇ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜਾ ਹੈ। ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕੱਲ ਸਵੇਰੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਕੱਲ ਸ਼ਾਮ ਨੂੰ ਰਾਤ ਨੂੰ 7:30 ਤੋਂ ਲੈ ਕੇ 10 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਦੀਵਾਨ ਹਾਲ ਅੰਦਰ ਢਾਡੀ ਸਿੰਘ ਮਹਾਰਾਜ 6ਵੇਂ ਪਾਤਸ਼ਾਹ ਦਾ ਜਸ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਕੱਲ ਰਾਤਰੀ ਦੇ ਦੀਵਾਨਾਂ ਵਿੱਚ ਪਰਿਵਾਰਾਂ ਸਮੇਤ ਆਪ ਜੀ ਹਾਜ਼ਰੀਆਂ ਭਰੋ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕੱਲ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਨਵੀਨ ਸਿੰਘ ਸਭਾ ਤੋਂ ਨਗਰ ਕੀਰਤਨ ਵੀ ਪ੍ਰਾਰੰਭ ਹੋਣਗੇ ਤਕਰੀਬਨ 11:30 ਵਜੇ ਕੱਲ ਸਵੇਰੇ। ਉਹਦੇ ਵਿੱਚ ਵੀ ਆਪ ਜੀ ਸ਼ਮੂਲੀਅਤ ਕਰੋ। ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਪੂਰਨਮਾਸ਼ੀ ਦਾ ਦਿਨ ਹੈ। ਜਿਨ੍ਹਾਂ ਨੇ ਹਾਲੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦੀ ਪੋਲ ਛਕੋ, ਸਿੰਘ ਸਜੋ ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸੇ ਤਰ੍ਹਾਂ ਅੱਜ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਜਿਹੜਾ ਹੈ ਉਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਆਰੰਭ ਹੋ ਰਿਹਾ ਹੈ, ਜੋ 20 ਤਰੀਕ ਤੱਕ ਚੱਲੇਗਾ। ਆਪਣੇ ਬੱਚਿਆਂ ਨੂੰ ਇਸ ਗੁਰਮਤਿ ਸਿਖਲਾਈ ਕੈਂਪ ਦੇ ਵਿੱਚ ਹਾਜ਼ਰੀਆਂ ਭਰਵਾਓ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮਹਿ ਕੋਇ ਨ ਜਾਣੈ। ਉੱਚੇ ਤੇ ਊਚ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਤੁਮਰੀ ਗਤ ਮਿਤ, ਨਾਨਕ ਦਾਸ ਬੋਲੋ ਜੀ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ।
प्रथम भगवती सिमर कै गुरु नानक लैन ध्याए। फिर अंगद गुर ते अमरदास रामदासै होई सहाय। अर्जन हर गोबिंदनो सिमरन श्री हर राय। श्री हर कृष्ण ध्याई है जिस डिठे सब दुख जाए। तेग बहादुर सिमरिया घर नाम निध आवें धाए। सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी। पंजा प्यारियां चौहां साहिब जादियां। 40 मुक्तियां हठियां जपियां तपियां। जिन्ना नाम जपिया वंड छकिया। देग चलाई तेग वाही देख के अनडिठ कीता। तिन्हां प्यारियां सचियारियां दी कमाई दा ध्यान धर के खालसा जी बोलो जी। जिन्ना ਸਿੰਘਾਂ ਸਿੰਘਣੀਆਂ ने धर्म हेत शीस दिते। बंद बंद कटाए खोपरियां लोहाइयां। चरखड़ियां ते चढ़े आरियां नाल चिराए गए। गुरुद्वारियां दी सेवा लई कुर्बानियां कीतियां। धर्म नहीं हारिया सिੱਖੀ केसां सवासां संग निभाई। तिन्हां दी कमाई दा ध्यान धर के खालसा जी बोलो जी। पंजा तख्तां सरबत गुरुद्वारियां दा ध्यान धर के बोलो जी। प्रथम सरबत खालसा जी की अरदास है जी। सरबत खालसा जी को वाहे गुरु वाहे गुरु वाहे गुरु। चित आवे चित आवन का सदका सर्व सुख होवे। जहाँ जहाँ खालसा जी साहिब तहाँ तहाँ रक्षिया रियायत। देग तेग फतेह बिरद की पैज पंथ की जीत। श्री साहिब जी सहाय। खालसा जी के बोल बाले बोलो जी। सिखा नो सिखी दान केस दान रहत दान बबेक दान विसा दान भरोसा दान दाना सिर दान नाम दान। श्री अमृतसर साहिब जी दे दर्शन इशनान। चौंकियां झंडे बुंगे जुगो जुगे अटल। धर्म का जयकार बोलो जी। सिखां दा मन नीवा मत उच्ची मत पत दा राखा आप वाहिगुरु। हे अकाल पुरख अपने पंथ दे सदा सहाई दातार जीओ। श्री ननकाना साहिब ते होर गुरुद्वारियां गुरधामां दे जिन्हां तो पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्शो। हे निमाणियां दे मान ने ताणियां दे ताण निओटियां दी ओट। सच्चे पिता वाहिगुरु धन धन सतगुरु साहिब श्री गुरु तेग बहादुर साहिब जी महाराज। आप जी दे महान पवित्र स्थान गुरुद्वारा श्री दुख निवारण साहिब विखे। धन धन सतगुरु साहिब श्री गुरु ग्रंथ साहिब जी महाराज गुर परमेश्वर जीओ। आप जी दा कोटान कोट शुक्र है। सतगुरु जी आप जी दी महान बख्शिश रहमत किरपा होई। नितनेम अनुसार अमृत वेले तो सुंदर सचखंड दीवान सज्जे हन जी। सज्जे होए दीवाना विच गुरबाणी दे जाप संपूर्ण श्री आसा की वार दे शब्द कीर्तन आनंद साहिब जी दियां पौड़ियां दे गायन उपरंत आप जी दे पावन पवित्र श्री मुख वाक की कथा विचार होई है। सतगुरु जीओ समुची सेवा निभाउंदियां होइयां बेअंत भुल्लां दी खिमा करना। पढ़ी सुनी गुरबाणी दा समुचा भाव दर आईयां संगतां दे हिरदियां ते वसाउणा जी। तिन धन जनेंदी माओ आए सफल से बुनना तनना त्याग कै प्रीत चरण कबीरा। नीच कुला जुलाहरा
ਭਇਓ ਗੁਨੀ ਗਹੀਰਾ ਦੇ ਮਹਾਵਾਕਾਂ ਅਨੁਸਾਰ, ਰਾਮ ਕਬੀਰੈ ਭੇਦ ਨਾ ਪਾਈ ਦੇ ਮਹਾਵਾਕਾਂ ਅਨੁਸਾਰ, ਭਗਤ ਧੰਨ ਧੰਨ ਸ਼੍ਰੋਮਣੀ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਤੇ ਸਤਿਗੁਰੂ ਜੀ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਹਾਜ਼ਰ ਕੀਤੀਆਂ ਹਨ। ਕਿਰਪਾ ਕਰਨੀ ਸਭ ਸੰਗਤਾਂ ਦੀਆਂ ਹਾਜ਼ਰੀਆਂ, ਭੇਟਾਵਾਂ, ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਉਦਮ ਬਲ ਬਖਸ਼ਿਸ਼ ਕਰਨਾ, ਸਵਾਸ ਸਵਾਸ ਆਪਣਾ ਨਾਮ ਜਪਾਉਣਾ, ਪਰਿਵਾਰਾਂ ਵਿੱਚ ਸੁਖ ਸ਼ਾਂਤੀ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨੇ। ਸਤਿਗੁਰੂ ਜੀਓ ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਦੇ ਵਿੱਚੋਂ ਤਥਾ ਸੰਗਤਾਂ ਵੱਲੋਂ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਹਾਜ਼ਰ ਹੈ ਜੀ, ਆਪ ਜੀ ਨੂੰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਸਮੂਹ ਸੰਗਤਾਂ ਦੀਆਂ ਅਰਦਾਸਾਂ, ਬੇਨਤੀਆਂ, ਭੇਟਾਵਾਂ, ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਸਰਬੱਤ ਦੇ ਕਾਰਜ ਰਾਸ ਕਰਨੇ, ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ। ਰਹਿ ਨ ਮਾਇਆ ਬਾਂਧੀ, ਦੁਚਿਤੇ ਕੀ ਦੋਇ ਥੂਨ ਗਿਰਾਨੀ। ਮੋਹ ਬਲੇਢਾ ਟੂਟਾ, ਤਿਸ ਨਾ ਛਾਨ ਪਰੀ ਧਰ ਉਪਰ। ਦੁਰਮਤ ਭਾਂਡਾ ਫੂਟਾ, ਆਂਦੀ ਪਾਛੈ ਜੋ ਜਲ ਵਰਖੈ। ਤਿਹ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ। ਉਦੈ ਭਾਨ ਜਪ ਚੀਨਾ, ਕਹਿ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਤੁਮ ਸਾਮਸਰ ਨਾਹੀ ਦਇਆਲ, ਮੋਹਿ ਸਾਮਸਰ ਪਾਪੀ। ਸੋ ਕਹੋ ਟਲ ਗੁਰ ਸੇਵੀਐ,
दर्शन परसय गुरु कै जन्म मरण दुख होवै सिफत नूर अरसह कुर सह तुद डठे सच्चे पातशाह मल जन्म सज्जन सच्चा पातशाह सिरसाह जिस पास बैठया सबना दा सतनाम। श्री वाहिगुरु साहिब जी। वड हंस महला चौथा। देह तेजनड़ी हर नव रंगिया राम। गुर ज्ञान गुरु हर मंगिया राम। देह तेजनड़ी हर नव रंगिया राम। गुर ज्ञान गुरु हर मंगिया राम। ज्ञान मंगी हर कथा चंगी। हर नाम गत मित जानिया। सब जन्म सफल्यो किया करता। हर राम नाम वखाणिया। हर राम नाम सलाहे हर प्रभ। हर भगत हर जन मंगिया। जन कह नानक सुनो संत। हर भगत गोविंद चंगिया। देह कंचन जीन सुविन्ना राम। जड़ हर हर नाम रतना राम। जड़ नाम रतन गोविंद पाया। हर मिले हर गुण सुख घणे। गुर शब्द पाया हर नाम ध्याया। वड भागी हर रंग हर बणे। हर मिले स्वामी अंतर जामी। हर नव तन हर नव रंगिया। नानक बखान नाम जान। हर नाम हर प्रभ मंगिया। कड़ियाल मुखे गुर अंकस पाया राम। मन मैगल गुर शब्द वस आया राम। मन वस गत आया परम पद पाया। साधन कंत प्यारी। अंतर प्रेम लगा हर सेती। कर सो है हर प्रभ नारी। हर रंग राती सहजे माती। हर प्रभ हर हर पाया। नानक जन हर दास कहत है। वड भागे हर हर ध्याया। देह कोड़ी जी जित हर पाया राम। मिल सतगुर जी मंगल गाया राम। हर गाए मंगल राम नामा। हर सेव सेवक सेवकी। प्रभ जाए पाव रंग महली। हर रंग मान रंग की। गुण राम गाए मन सुभाए।
ਹਰ ਗੁਰਮਤਿ ਮਨ ਧਿਆਇਆ। ਜਨ ਨਾਨਕ ਹਰ ਕਿਰਪਾ ਧਾਰੀ, ਦੇਹ ਘੋੜੀ ਚੜ ਹਰ ਪਾਇਆ। ਗੁਣ ਰਾਮ ਗਾਏ ਮਨ ਸੁਭਾਏ, ਹਰ ਗੁਰਮਤਿ ਮਨ ਧਿਆਇਆ। ਜਨ ਨਾਨਕ ਹਰ ਕਿਰਪਾ ਧਾਰੀ, ਦੇਹ ਘੋੜੀ ਚੜ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ